ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸਾਧ ਸੰਗਤ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਿੱਖ ਪੰਥ ਦੇ ਵਿੱਚ ਗੁਰਬਾਣੀ ਦਾ ਬਹੁਤ ਜ਼ਿਆਦਾ ਅਦਬ ਸਤਿਕਾਰ ਅਤੇ ਭੈ ਰੱਖਣਾ ਇਹ ਪਰੰਪਰਾ ਤੋਂ ਗੁਰੂ ਸਾਹਿਬ ਤੋਂ ਚੱਲਿਆ ਆਉਂਦਾ ਹੈ। ਪਰ ਫਿਰ ਵੀ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਟਕਾ ਸਾਹਿਬ, ਪੋਥੀਆਂ ਆਦਿਕ ਦਾ ਸਤਿਕਾਰ ਜਿਹੜਾ ਹੈ ਸੋ ਭਾਵੇਂ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਕਈ ਵਾਰੀ ਗਲਤੀ ਦੇ ਨਾਲ ਨਿਰਾਦਰ ਕਰ ਬੈਠਦੇ ਹਾਂ। ਇਸ ਨੂੰ ਮੁੱਖ ਰੱਖ ਕੇ ਦਮਦਮੀ ਟਕਸਾਲ ਵੱਲੋਂ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਵੇਲੇ ਗੁਰਬਾਣੀ ਦਾ ਅਦਬ ਨਾਮ ਦੀ ਇੱਕ ਛੋਟੀ ਜਿਹੀ ਪੋਥੀ ਛਾਪੀ ਗਈ ਸੀ। ਅੱਜ ਕੱਲ੍ਹ ਭਾਵੇਂ ਕਿ ਇਸ ਦੀ ਛਪਾਈ ਨਹੀਂ ਹੁੰਦੀ, ਸੋ ਉਹ ਜਿਹੜੀ ਪੋਥੀ ਸੀ ਉਸ ਦੇ ਵਿੱਚ ਚੰਗੀ ਤਰ੍ਹਾਂ ਇਹ ਸਮਝਾਇਆ ਗਿਆ ਸੀ ਕਿਸ ਤਰ੍ਹਾਂ ਕਿ ਇਹ ਗੁਰਸਿੱਖ ਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸੋ ਉਸ ਪੋਥੀ ਨੂੰ ਰਿਕਾਰਡਿੰਗ ਰੂਪ ਦੇ ਵਿੱਚ ਆਪ ਸੰਗਤਾਂ ਦੇ ਤਾਈਂ ਬੇਨਤੀ ਕਰ ਰਹੇ ਹਾਂ ਕਿ ਸਾਰੀਆਂ ਸੰਗਤਾਂ ਸੁਣ ਕਰਕੇ ਲਾਭ ਪ੍ਰਾਪਤ ਕਰ ਸਕਣ। ਖਾਸ ਕਰਕੇ ਵਿਦਿਆਰਥੀ ਜੋ ਗੁਰਬਾਣੀ ਸੰਥਿਆ ਕਰਦੇ ਨੇ ਜਾਂ ਮਾਈ ਭਾਈ ਪ੍ਰੇਮੀ ਜਿਹੜੇ ਘਰ ਵਿੱਚ ਗੁਰਬਾਣੀ ਬੈਠ ਕਰਕੇ ਪੜ੍ਹਦੇ ਹਨ, ਸਭ ਨੂੰ ਹੀ ਆਪਾਂ ਨੂੰ ਗੁਰਬਾਣੀ ਦੇ ਅਦਬ ਸਤਿਕਾਰ ਬਾਰੇ ਜਿਹੜਾ ਸੋ ਪਤਾ ਹੋਣਾ ਚਾਹੀਦਾ। ਇਸ ਲਈ ਇਹ ਜਿਸ ਤਰ੍ਹਾਂ ਪੋਥੀ ਦੇ ਵਿੱਚ ਲਿਖਿਆ ਹੈ, ਆਪ ਜੀ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਜੀ। ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ, ਬਾਣੀ ਮੁਖਹੁ ਉਚਾਰੀਐ ਹੋਏ ਰਸਨਾਈ, ਮਿਟੈ ਅੰਧਿਆਰਾ। ਐਸੀ ਧੁਰ ਕੀ ਬਾਣੀ ਦਾ ਅਦਬ ਅਤੇ ਸਤਿਕਾਰ ਆਪ ਸਤਿਗੁਰਾਂ ਨੇ ਸਾਰੇ ਸਰੂਪਾਂ ਵਿੱਚ ਕੀਤਾ ਹੈ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਤੋਂ ਸਿੱਧਾ ਨੇ ਗੋਸ਼ਟ ਸਮੇਂ ਪੁੱਛਿਆ ਸੀ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਹਜ਼ੂਰ ਨੇ ਉੱਤਰ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਵ ਕਿ ਇੱਥੇ ਭਾਵੇਂ ਸ਼ਬਦ ਦੇ ਅਰਥ ਬ੍ਰਹਮ ਨੇ, ਪਰ ਸੰਪਰਦਾ ਵਿੱਚ ਇਹ ਵੀ ਅਰਥ ਕੀਤੇ ਜਾਂਦੇ ਨੇ। ਸ਼ਬਦ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦੀ ਰੂਪ ਗੁਰਬਾਣੀ ਦਾ। ਇਹ ਗੁਰਬਾਣੀ ਸਾਡਾ ਗੁਰੂ ਹੈ, ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ। ਅਤੇ ਗੁਰਬਾਣੀ ਪੜ੍ਹਦਿਆਂ ਉਸ ਵਿੱਚ ਆਪਣੀ ਸੁਰਤੀ ਟਿਕਾਉਣੀ ਅਤੇ ਧੁਨੀ ਨਾਮ ਹੈ ਉਚਾਰਨ ਕਰਨ ਦਾ, ਬਾਣੀ ਨੂੰ ਉਚਾਰਨਾ, ਇਹੀ ਸਾਡਾ ਚੇਲਾ ਬਣਾਇਆ। ਧੁਨੀ ਉਚਾਰਨਾ ਅਤੇ ਸੁਰਤ ਉਚਾਰਨ ਵਿੱਚ ਆਪਣੀ ਸੁਰਤੀ ਜੋੜਨੀ, ਇਹ ਸਾਡਾ ਚੇਲਾ ਬਣਾਇਆ ਹੋਇਆ ਹੈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਭਾਈ ਗੁਰਦਾਸ ਜੀ ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਬਤ ਕਥਨ ਕਰਦੇ ਨੇ ਕਿ ਸਿੱਖੋ ਐ ਸਿੱਧੋ, ਇੱਕ ਬਾਣੀ ਤੋਂ ਬਿਨਾਂ ਅਤੇ ਸੰਗਤ ਤੋਂ ਬਿਨਾਂ ਹੋਰ ਦੂਜੀ ਅਸੀਂ ਓਟ ਜਿਹੜੀ ਰਾਈ ਮਾਤਰ ਵੀ ਹਿਰਦੇ ਵਿੱਚ ਨਹੀਂ ਧਾਰਨ ਕੀਤੀ ਹੋਈ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਤੀ ਭੱਟਾਂ ਨੇ ਗੁਰਬਾਣੀ ਵਿੱਚ ਉਚਾਰਿਆ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਦੂਜੇ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਭੱਟਾਂ ਦੇ ਜਿਵੇਂ ਕਥਨ ਕੀਤਾ ਬਾਣੀ ਵਿੱਚ ਕਿ ਉਹਨਾਂ ਨੇ ਸ਼ਬਦ ਅਤੇ ਸੁਰਤੀ ਦੀ ਇਹ ਨੀਂਹ ਰੱਖਣਾ ਕੀਤੀ। ਇਸੇ ਤਰ੍ਹਾਂ ਤੀਜੇ ਸਰੂਪ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਦੇ ਵਿੱਚ ਫਰਮਾਇਆ ਹੈ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਕਿਹੜੀ ਬਾਣੀ ਗਾਉਣੀ ਹੈ? ਜਿਹੜੀਆਂ ਸਾਰੀਆਂ ਤੋਂ ਸਿਰ ਨਾਮ ਹੈ ਸ਼੍ਰੋਮਣੀ ਦਾ, ਸਾਰਿਆਂ ਤੋਂ ਸ਼੍ਰੋਮਣੀ ਜਿਹੜੀ ਬਾਣੀ ਹੈ ਤਿਸ ਨੂੰ ਗਾਓ।
ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਗੁਰੂ ਅਮਰਦਾਸ ਜੀ ਕਹਿੰਦੇ ਜਿਨ੍ਹਾਂ ਦੇ ਉੱਪਰ ਨਦਰ ਕਿਰਪਾ ਦ੍ਰਿਸ਼ਟੀ ਹੋਵੇ, ਕਰਮ ਬਖਸ਼ਿਸ਼ ਹੋਵੇ, ਉਹਨਾਂ ਦੇ ਹਿਰਦੇ ਵਿੱਚ ਆ ਕੇ ਇਹ ਵਸਦੀ ਹੈ ਗੁਰਬਾਣੀ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਸੰਸਾਰ ਵਿੱਚ ਚਾਨਣ ਦਾ ਮੁਨਾਰਾ ਹੈ, ਅਤੇ ਪਰ ਕਹਿੰਦੇ ਵੱਡਿਆਂ ਕਰਮਾਂ ਦੁਆਰਾ ਜਾਂ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਇਹ ਮਨ ਵਿੱਚ ਆ ਕੇ ਵਸਦੀ ਹੈ। ਗੁਰਬਾਣੀ ਪੜ੍ਹਨ ਦਾ ਚਾਅ ਪੈਦਾ ਹੁੰਦਾ। ਤੀਜੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਮੋਹਨ ਜੀ ਨੂੰ ਫਰਮਾਇਆ ਕਿ ਇਹ ਬਾਣੀ ਸਾਂਭ ਕੇ ਰੱਖੀ, ਅਤੇ ਪੰਜਵੇਂ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਵੀ, ਅਤੇ ਪੰਜਵੇਂ ਸਰੂਪ ਨੂੰ ਉਹਨਾਂ ਦੇ ਬਾਲ ਲੀਲਾ ਸਮੇਂ ਵਾਰ ਦਿੱਤਾ। ਦੋਹਿਤਾ ਬਾਣੀ ਕਾ ਬੋਹਿਥਾ, ਬੋਹਿਥ ਨਾਮ ਜਹਾਜ਼ ਦਾ, ਕਿ ਇਹ ਸਾਡਾ ਦੋਹਤਾ, ਭਾਵ ਕਿ ਗੁਰੂ ਅਰਜਨ ਦੇਵ ਜੀ ਇਹ ਬਾਣੀ ਦਾ ਜਹਾਜ਼ ਹੋਵੇਗਾ, ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨਗੇ। ਗੁਰਬਾਣੀ ਨੂੰ ਸੰਸਾਰੀ ਜੀਵਾਂ ਦੇ ਤਾਰਨ ਵਾਲਾ ਜਹਾਜ਼ ਕਿਹਾ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਗੁਰੂ ਹੀ ਜਹਾਜ਼ ਹੈ, ਇਹੀ ਮਲਾਹ ਆ, ਅਤੇ ਇਹੀ ਜਿਹੜਾ ਤਾਰਨ ਵਾਲਾ ਸੰਸਾਰ ਤੋਂ। ਗੁਰੂ ਤੋਂ ਬਿਨਾਂ ਕੋਈ ਸੰਸਾਰ ਤੋਂ ਤਰ ਨਹੀਂ ਸਕਿਆ। ਚੌਥੇ ਸਰੂਪ ਦੇ ਵਿੱਚ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਇਹ ਕਹਿ ਕੇ ਗੁਰਬਾਣੀ ਦੀ ਮਹਿਮਾ ਸੁਣਾਈ ਹੈ, ਮਹਾਤਮ ਦੱਸਿਆ। ਇਸ ਤਰ੍ਹਾਂ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੁਰ। ਸਤਿਗੁਰੂ ਜਿਹੜੇ ਨੇ ਆਪ ਹੀ ਗੁਰਬਾਣੀ ਸਰੂਪ ਨੇ, ਗੁਰਬਾਣੀ ਹੀ ਅੱਗੇ ਗੁਰੂ ਹੈ, ਅਤੇ ਪਾਦਰ ਮੁਕਤੀ ਦਾ ਸਿੱਧਾ ਪੱਧਰਾ ਰਸਤਾ ਇਹ ਦਰਸਾਉਣ ਵਾਲੀ ਗੁਰਬਾਣੀ ਹੈ, ਭਾਵ ਕਿ ਕਿਸੇ ਭੁਲੇਖੇ ਵਿੱਚ ਨਹੀਂ ਰਹਿਣ ਦਿੰਦੀ ਜੋ ਗੁਰਬਾਣੀ ਨੂੰ ਪੜ੍ਹਦਾ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਪਾਸੋਂ ਸ੍ਰੀ ਗੋਇੰਦਵਾਲ ਸਾਹਿਬ ਆਪ ਪੋਥੀਆਂ ਲੈਣ ਵਾਸਤੇ ਗਏ। ਜਦੋਂ ਸਰੂਪ ਲਿਖਾਉਣਾ ਸੀ ਉਦੋਂ ਪੋਥੀਆਂ ਲੈਣ ਗਏ ਸਨ ਮਹਾਰਾਜ। ਪੋਥੀਆਂ ਪ੍ਰਾਪਤ ਕਰਕੇ ਅਦਬ ਨਾਲ ਪਾਲਕੀ ਵਿੱਚ ਸਥਾਪਨ ਕਰਕੇ ਆਪ ਬਰਾਬਰ ਕਿਸੇ ਹੋਰ ਪਾਲਕੀ ਵਿੱਚ ਜਾਂ ਘੋੜੇ 'ਤੇ ਸਵਾਰ ਨਹੀਂ ਹੋਏ, ਸਗੋਂ ਨੰਗੇ ਚਰਨੀ ਚੌਰ ਕਰਦੇ ਹੋਏ ਖੱਬੇ ਪਾਸੇ ਚੱਲਦੇ ਚੱਲਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੇ, ਭਾਵ ਕਿ ਸੱਜੇ ਪਾਸੇ ਗੁਰਬਾਣੀ ਨੂੰ ਰੱਖਿਆ। ਵੱਡੀ ਚੀਜ਼ ਨੂੰ ਆਪਾਂ ਸਤਿਕਾਰਯੋਗ ਚੀਜ਼ ਨੂੰ ਸੱਜੇ ਪਾਸੇ ਰੱਖਦੇ ਹਾਂ। ਸਤਿਗੁਰੂ ਜੀ ਆਪ ਖੱਬੇ ਪਾਸੇ ਚੌਰ ਕਰਦੇ ਆਏ, ਅਤੇ 860 ਘਾਟ ਵਾਲੇ ਥੜੇ 'ਤੇ ਟਿਕਾ ਕੇ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਕਰਵਾਇਆ। ਜਿੱਥੇ ਅੱਜ ਕੱਲ੍ਹ ਮੱਥਾ ਟੇਕਦੇ ਹਾਂ ਆਪਾਂ ਜਾ ਕੇ, ਜਿੱਥੇ ਪਾਉਣਾ ਬੀਬੀਆਂ ਦਾ ਦੁੱਖ ਭੰਜਨੀ ਬੇਰੀ ਦੇ ਕੋਲੇ ਇਸ਼ਨਾਨ ਕਰਨ ਵਾਲਾ, ਉੱਥੇ ਨਾਲ ਹੀ ਇੱਕ ਸੰਗਮਰਮਰ ਦੀ ਪਾਲਕੀ ਬਣੀ ਹੋਈ ਹੈ। ਉਹ 860 ਘਾਟ ਵਾਲਾ ਸਥਾਨ ਹੈ। ਉੱਥੇ ਲਿਆ ਕੇ ਸਤਿਗੁਰੂ ਦੀਆਂ ਪੋਥੀਆਂ, ਪਾਲਕੀ ਸਾਹਿਬ ਉੱਥੇ ਵਿਰਾਜਮਾਨ ਕੀਤਾ ਸੀ। ਅਤੇ ਪਹਿਲਾਂ ਇਹ ਡਾਕਟਰ ਭਾਈ ਵੀਰ ਸਿੰਘ ਜੀ ਨੇ ਆਪਣੀਆਂ ਗੁਰਪ੍ਰਤਾਪ ਸੂਰਜ ਦੀਆਂ ਜਿਹੜੀਆਂ ਸੰਪਾਦਨ ਕੀਤੀਆਂ ਪੋਥੀਆਂ ਦੇ ਵਿੱਚ ਲਿਖਿਆ ਕਿ ਉੱਥੇ ਇਹ ਪਹਿਲਾਂ ਚੂਨੇ ਦਾ ਬਣਿਆ ਹੋਇਆ ਕਾਫੀ ਛੋਟਾ ਸਥਾਨ ਸੀ, ਪਰ ਉਹ ਸੇਵਾ ਦੇ ਨਾਮ 'ਤੇ ਉਹਨੂੰ ਬਰੂਦ ਲਾ ਲਾ ਕੇ ਢਾ ਦਿੱਤਾ ਸੀ। ਟੁੱਟਦਾ ਵੀ ਨਹੀਂ ਸੀ, ਬਰੂਦ ਲਾ ਲਾ ਕੇ ਢਾਇਆ। ਫਿਰ ਸੰਗਤ ਨੇ ਵਿਰੋਧ ਕੀਤਾ ਤਾਂ ਬਾਅਦ ਵਿੱਚ ਉਸੇ ਜਗ੍ਹਾ 'ਤੇ ਜਿਹੜੀ ਆਪਾਂ ਅੱਜ ਕੱਲ੍ਹ ਪਾਲਕੀ ਦੇਖਦੇ ਹਾਂ ਬਣੀ ਸੰਗਮਰਮਰ ਦੀ, ਉਹ ਉੱਥੇ ਲਾਈ ਸੀ। ਉੱਥੇ ਇਹ ਸਥਾਨ ਬਣਾਇਆ ਅਤੇ ਫਿਰ ਸਥਾਪਨ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਪੋਥੀ ਪਰਮੇਸ਼ਰ ਕਾ ਥਾਨ, ਭਾਵ ਕਿ ਇਹ ਪੋਥੀਆਂ ਹੀ ਜਿਹੜੀਆਂ ਨੇ ਜਾਂ ਗੁਰੂ ਸਾਹਿਬ ਦਾ ਸਰੂਪ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ, ਇਹੀ ਪਰਮੇਸ਼ਰ ਦਾ ਇਹ ਸਥਾਨ ਹੈ। ਥਾਨ ਤੋਂ ਭਾਵ ਹੁੰਦਾ ਜਗ੍ਹਾ। ਇਹ ਕਹਿ ਕੇ ਸਤਿਕਾਰਨ ਕੀਤਾ ਸੀ ਗੁਰਬਾਣੀ ਦਾ। ਸਾਰੀ ਗੁਰਬਾਣੀ ਲਿਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਫੇਰ ਕਦੇ ਆਪ ਗੱਦੀ ਵਿਛਾ ਕੇ ਬਰਾਬਰ ਨਹੀਂ ਬੈਠੇ, ਆਪਣੇ 'ਤੇ ਚੌਰ ਨਹੀਂ ਕਰਵਾਇਆ, ਸੰਗਤਾਂ ਨਾਲ ਵਿਛਾਈ 'ਤੇ ਬੈਠਦੇ ਰਹੇ। ਹਜ਼ੂਰ ਨੇ ਆਪ ਗੁਰਬਾਣੀ ਦਾ ਸਤਿਕਾਰ ਅਤੇ ਅਦਬ ਕਰਕੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ। ਉੱਥੇ ਭਾਵੇਂ ਕੋਈ ਵੀ ਵੱਡਾ ਹੋਵੇ,
ਉਹਦੇ ਲਈ ਕੋਈ ਵਿਸ਼ੇਸ਼ ਵਿਛਾਈ ਨਹੀਂ ਕਰਨੀ ਚਾਹੀਦੀ। ਕਿਸੇ 'ਤੇ ਚੌਰ ਆਦਿਕ ਤਾਂ ਕੀ ਕਰਨਾ, ਕਿ ਵਿਛਾਈ ਵੀ ਵੱਖਰੀ ਨਹੀਂ ਕਰ ਸਕਦਾ। ਇਹ ਸਤਿਗੁਰੂ ਨੇ ਆਪ ਸਾਨੂੰ ਸਿੱਖਿਆ ਦਿੱਤੀ ਹੈ। ਅੱਗੇ ਅਕਾਲ ਤਖਤ ਸਾਹਿਬ ਦੇ ਨਾਲ ਹੀ ਕੋਠੜੀ ਸਾਹਿਬ, ਜਿੱਥੇ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖਾਸਨ ਕੀਤੇ, ਉੱਥੇ ਸਤਿਗੁਰੂ ਜੀ ਆਪ ਹੋਰ ਪਲੰਘ 'ਤੇ ਬਰਾਬਰ ਨਹੀਂ ਬਿਰਾਜੇ, ਸਗੋਂ ਧਰਤੀ 'ਤੇ ਉਸ ਪਲੰਘ ਦੇ ਥੱਲੇ ਚਾਦਰ ਵਿਛਾ ਕੇ ਬਿਰਾਜਦੇ ਰਹੇ। ਉਸ ਤੋਂ ਪਿੱਛੋਂ ਸਤਿਗੁਰੂ ਅਰਜਨ ਦੇਵ ਜੀ ਕਦੇ ਵੀ, ਜਿਹੜਾ ਸਤਿਗੁਰੂ ਮਹਾਰਾਜ ਜਿੱਥੇ ਬਿਰਾਜਮਾਨ ਹੁੰਦੇ ਸੀ ਕੋਠਾ ਸਾਹਿਬ, ਉੱਥੇ ਸਤਿਗੁਰੂ ਜੀ ਥੱਲੇ ਬਿਰਾਜਦੇ ਰਹੇ ਧਰਤੀ ਦੇ ਉੱਪਰ। ਜੋ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੱਲੇ ਚਿੱਟੀ ਚਾਦਰ ਯਾਦ ਵਾਜੋਂ ਵਿਛਾਈ ਜਾਂਦੀ ਹੈ। ਤੁਸੀਂ ਦੇਖੋ ਜਾ ਕੇ ਕੋਠਾ ਸਾਹਿਬ ਉੱਪਰ ਜਿਹੜਾ ਪਲੰਘਾ ਹੈ, ਜਿਸ ਉੱਪਰ ਸਤਿਗੁਰੂ ਦੇ ਸਰੂਪ ਸੁਖਾਸਨ ਹੁੰਦੇ ਨੇ, ਉਸੇ ਥੱਲੇ ਤੁਸੀਂ ਦੇਖੋਗੇ ਅਕਾਲ ਤਖਤ ਸਾਹਿਬ ਦੇ ਵਿੱਚ ਕੋਠਾ ਸਾਹਿਬ ਦੇ ਅੰਦਰ ਪਲੰਘ ਦੇ ਥੱਲੇ ਇੱਕ ਚਿੱਟੀ ਚਾਦਰ ਵਿਸ਼ੇਸ਼ ਕਰਕੇ ਵਿਛਾਈ ਹੁੰਦੀ ਹੈ। ਉਹ ਇਸੇ ਚੀਜ਼ ਨੂੰ ਦਰਸਾਉਂਦੀ ਹੈ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਆਪ ਥੱਲੇ ਬਿਰਾਜਦੇ ਰਹੇ। ਇਹ ਯਾਦ ਵਾਜੋਂ ਵਿਛਾਈ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਮਹਾਨਤਾ ਨੂੰ ਸਰਬ ਉੱਤਮ ਜਣਾਉਂਦਿਆਂ ਹੋਇਆਂ ਆਪਣੇ ਸਿੱਖਾਂ ਪ੍ਰਤੀ ਇਹ ਸਿੱਖਿਆ ਦਿੱਤੀ, ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਾ ਦਰਸੈ। ਇਹ ਗੁਰਪ੍ਰਤਾਪ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ ਕਿ ਸਿੱਖੋ, ਜਿਹੜਾ ਸਾਡਾ ਸਰੀਰ ਕਰਕੇ ਤੁਸੀਂ ਦਰਸ਼ਨ ਕਰਦੇ ਹੋ, ਇਹ ਸਰੀਰ ਸਾਰਿਆਂ ਥਾਵਾਂ 'ਤੇ ਸਾਰਿਆਂ ਸਮਿਆਂ ਵਿੱਚ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਇੱਕ ਥਾਂ 'ਤੇ ਹੀ ਸਾਡਾ ਸਰੂਪ ਸਰੀਰ ਕਰਕੇ ਹੋ ਸਕਦਾ ਹੈ, ਤਾਂ ਉੱਥੇ ਹੀ ਸਿੱਖ ਦਰਸ਼ਨ ਕਰ ਸਕਦੇ ਨੇ। ਇਸੇ ਲਈ ਜਿਹੜਾ ਗ੍ਰੰਥ ਹਿਰਦਾ ਗੁਰ ਕੋ ਇਹ ਜਨਹੁ, ਇਹ ਸਾਡਾ ਹਿਰਦਾ ਹੈ ਜੋ ਗ੍ਰੰਥ ਅਸੀਂ ਰਚਨਾ ਕੀਤਾ, ਉੱਤਮ ਹੈ ਸਭ ਕਾਲ ਰਹੇ। ਗੁਰੂ ਮਹਾਰਾਜ ਕਹਿੰਦੇ ਨੇ ਇਹ ਇੱਕ ਭਾਈ ਵੱਡਾ ਉੱਤਮ ਹੈ ਅਤੇ ਸਾਰਿਆਂ ਸਮਿਆਂ ਵਿੱਚ ਰਹੇਗਾ। ਭਾਵ ਕਿ ਅਸੀਂ ਜਦੋਂ ਆਪਣਾ ਇਹ 10 ਜਾਮਿਆਂ ਤੋਂ ਪਿੱਛੋਂ ਸਰੀਰ ਅਲੋਪ ਕਰ ਲਿਆ, ਉਸ ਤੋਂ ਬਾਅਦ ਵੀ ਬਾਣੀ ਰਹੇਗੀ। ਮੇਰੇ ਸਰੂਪ 'ਤੇ ਜਾਂ ਤੇ ਹੈ ਦੀਰਘ, ਇਸ ਲਈ ਭਾਈ ਸਾਡੇ ਸਰੀਰ ਕਰਕੇ ਸਾਥੋਂ ਇਹ ਵੱਡਾ ਭਾਰੀ ਜਿਹੜਾ ਦੀਰਘ ਹੈ, ਉੱਤਮ ਹੈ, ਕਿਉਂਕਿ ਸਰੀਰ ਇੱਕ ਥਾਂ ਵਿੱਚ ਇੱਕ ਸਮੇਂ ਵਿੱਚ ਹੋ ਸਕਦਾ, ਫਿਰ ਕਿਸੇ ਸਮੇਂ ਵਿੱਚ ਕਿਸੇ ਸਥਾਨ ਵਿੱਚ ਨਹੀਂ ਵੀ ਹੋ ਸਕਦਾ। ਇਸ ਲਈ ਸਾਹਿਬ ਜਾਨ ਅਦਾਇਬ ਕਹਿ ਹੈ, ਇਹ ਭਾਈ ਮਾਲਕ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦਾ ਤੁਸੀਂ ਮਾਲਕ ਜਾਣ ਕੇ ਅਦਬ ਕਰਨਾ ਹੈ। ਪੂਜਹੁ ਚੰਦਨ ਕੇਸਰ ਕੋ ਘਸ, ਤੇ ਚੰਦਨ ਕੇਸਰ ਆਦਿਕ ਘਸਾ ਕੇ ਛਿੜਕੋ, ਸੇਵਾ ਕਰੋ। ਧੂਪ ਤੁਖਾਈ ਕੇ ਫੂਲ ਚੜਾਇਆ ਹੈ, ਧੂਪ ਆਦਿਕ ਤੁਖਾ ਕੇ ਫੁੱਲ ਚੜਾਵੋ। ਇਸ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਨੀ ਸਤਿਗੁਰੂ ਮਹਾਰਾਜ ਨੇ ਸਿਖਾਈ ਹੈ। ਇੰਨੀ ਕੁ ਇਹ ਸੇਵਾ ਪ੍ਰਵਾਨ ਕਰਨੀ। ਅੱਗੇ ਜਿਵੇਂ ਹੋਰ ਗੁਰਬਾਣੀ ਅਦਬ ਪੋਥੀ ਦੇ ਵਿੱਚ ਗੁਰਬਾਣੀ ਦਾ ਅਦਬ ਸਤਿਕਾਰ ਕਰਨਾ ਸਿਖਾਇਆ ਗਿਆ ਹੈ, ਉਹ ਆਪ ਜੀ ਸਾਹਮਣੇ ਸੋ ਰਿਕਾਰਡਿੰਗ ਰੂਪ ਵਿੱਚ ਸੇਵਾ ਕਰਾਂਗੇ। ਆਪ ਜੀ ਨੇ ਇਹ ਸੁਣ ਕਰਕੇ ਲਾਹੇ ਪ੍ਰਾਪਤ ਕਰਨੇ, ਹੋਰ ਸੰਗਤਾਂ ਨੂੰ ਵੀ ਇਸ ਜਣਾ ਕਰਕੇ ਗੁਰਬਾਣੀ ਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਬਾਬਤ ਸਭ ਨੂੰ ਜਿਹੜੀ ਜਾਣਕਾਰੀ ਦੇਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।